हाँ जी दोस्तों, चेक कर ला आवाज़ ठीक आ रही है या नहीं। एक मिनट चेक कर लीजिए। हाँ जी, हाँ आ रही है। ਲਾਈਵ ਤਾਂ ਹੋਣਾ ਨਹੀਂ ਸੀਗਾ, ਪਰ ਨਾ ਖਬਰਾਂ ਜੀਆਂ ਪੜ੍ਹਦਾ ਪਿਆ ਸੀਗਾ। ਜਿਵੇਂ ਅਸੀਂ ਜਾਣਦੇ ਹੀ ਹਾਂ, ਕੱਲ੍ਹ ਕਬੱਡੀ ਦੇ ਬਹੁਤ ਵੱਡੇ ਪਲੇਅਰ ਸੁਪਰਸਟਾਰ ਸੰਦੀਪ ਨੰਗਲੰਬੀਆਂ ਦਾ ਕੱਲ੍ਹ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਉਹਦੇ ਸਿਲਸਿਲੇ 'ਚ ਮੈਂ ਪੜ੍ਹਦਾ ਪਿਆ ਸੀਗਾ ਅਤੇ ਟਾਈਮ 'ਤੇ ਨਾ ਨਵੀਆਂ ਖਬਰਾਂ ਆ ਰਹੀਆਂ ਨੇ, ਹੈ ਨਾ। ਕੋਈ ਇੱਦਾਂ ਦਾ ਮਨ ਵੀ ਹੈ ਨਹੀਂ ਸੀਗਾ ਕਿ ਲਾਈਵ ਹੋਵਾਂ ਬਿਨਾਂ ਦੱਸੇ, ਪਰ ਰਿਹਾ ਨਾ ਗਿਆ। ਪਹਿਲਾਂ ਸੋਚਿਆ ਇੱਕ ਛੋਟਾ ਜਿਹਾ ਕਲਿੱਪ ਬਣਾ ਲਾਂ, ਫਿਰ ਕਿਹਾ ਨਹੀਂ ਕੋਈ ਗੱਲ ਨਹੀਂ, ਜੇ ਕੋਈ ਹੋਇਆ ਫੇਸਬੁੱਕ 'ਤੇ ਹੈ ਨਾ, ਕੋਈ ਨਾ ਕੋਈ ਦੇਖ ਲੂਗਾ ਜਾਂ ਸੁਣ ਲੂਗਾ। ਜਿਵੇਂ ਅਸੀਂ ਜਾਣਦੇ ਹੀ ਹਾਂ, ਫੇਸਬੁੱਕ ਭਰਿਆ ਪਿਆ ਹੈ ਨਾ, ਅਪਡੇਟਸ ਆ ਰਹੀਆਂ ਨੇ। ਸੰਦੀਪ ਨੰਗਲੰਬੀਆ ਦਾ ਕੱਲ੍ਹ ਕਤਲ ਕੀਤਾ ਗਿਆ ਆ। ਪਹਿਲਾਂ ਤਾਂ ਇਹ ਸੋਚਦੇ ਸੀ ਕਿ ਵੀ ਸ਼ਾਇਦ ਕੋਈ ਆਪਸੀ ਰੰਜਿਸ਼ ਹੋਊਗੀ ਜਾਂ ਕਿਸੇ ਨਾਲ ਮਨਮੁਟਾਵ ਹੋਇਆ ਹੋਣਾ, ਕੋਈ ਲੜਾਈ ਝਗੜਾ ਹੋਇਆ ਹੋਣਾ। ਅਤੇ ਪਰ ਹੁਣ ਜੋ ਗੱਲਾਂ ਨਿਕਲ ਕੇ ਆ ਰਹੀਆਂ ਆ ਵੀ ਇਹਨਾਂ ਦਾ ਉਹਦੀ ਮੌਤ ਦਾ ਸੰਬੰਧ ਗੈਂਗਸਟਰਾਂ ਦੇ ਨਾਲ ਆ। ਸੋ ਮਨ ਨੂੰ ਤਕਲੀਫ ਜਿਹੀ ਹੁੰਦੀ ਆ ਯਾਰ, ਵੀ ਪੰਜਾਬ ਦਾ ਮਾਹੌਲ ਇੰਨਾ ਕੁ ਗੰਦਲਾ ਹੋ ਚੁੱਕਿਆ ਆ ਕਿ ਹਰ ਇੱਕ ਚੀਜ਼ ਦੇ ਵਿੱਚ, ਹਰ ਇੱਕ ਫੀਲਡ ਦੇ ਵਿੱਚ ਗੁੰਡਾਗਰਦੀ ਵੱਧ ਚੁੱਕੀ ਆ, ਪੈਸਾ ਵੱਧ ਚੁੱਕਿਆ ਆ, ਹੈ ਨਾ। ਧਮਕੀਆਂ, ਹੱਤਿਆਵਾਂ, ਸਭ ਕੁਛ, ਕਤਲੋ-ਗਾਰਤ ਸਭ ਕੁਛ ਵੱਧ ਚੁੱਕੀ ਆ, ਹੈ ਨਾ। ਮੈਂ ਸੋਚਦਾ ਸੀਗਾ ਜਦੋਂ ਨਾ ਪਹਿਲੀ ਕਬੱਡੀ ਲੀਗ ਜਦੋਂ ਹੋਈ ਹੈ ਲੁਧਿਆਣੇ ਦੇ ਵਿੱਚ, ਹੈ ਨਾ, ਵਰਲਡ ਕਬੱਡੀ ਲੀਗ, ਉਦੋਂ ਪਹਿਲੀ ਵਾਰ ਸੰਦੀਪ ਨੂੰ ਮਿਲੇ ਸੀਗੇ ਆਪਣੇ ਯੂਨੀਵਰਸਿਟੀ, ਜਿਹੜਾ ਹਾਕੀ ਸਟੇਡੀਅਮ ਉੱਥੇ। ਉਹ ਯਾਰ ਬੰਦੇ ਦਾ ਐਡਾ ਸਰੀਰ, ਉਹਦੇ ਸਰੀਰ ਵਰਗਾ ਨਾ ਅਸੀਂ ਸੁਪਨਾ ਲੈ ਕੇ ਜਦੋਂ ਚੱਲਦੇ ਹਾਂ ਵੀ ਅਸੀਂ ਇੱਦਾਂ ਦਾ ਸਰੀਰ ਬਣਾਉਣਾ, ਤਾਂ ਕਈ ਵਾਰ ਉਹ ਸੁਪਨਾ ਸਾਰੀ ਜ਼ਿੰਦਗੀ ਸੁਪਨਾ ਹੀ ਰਹਿ ਜਾਂਦਾ ਆ। ਬੰਦਾ ਜਹਾਨੋਂ ਤੁਰ ਜਾਂਦਾ ਆ, ਪਰ ਉਹ ਸੁਪਨਾ ਪੂਰਾ ਨਹੀਂ ਹੁੰਦਾ, ਕਿਉਂਕਿ ਉੱਦਾਂ ਦਾ ਸਰੀਰ ਬਣਾਉਣਾ ਵੀ ਆਪਣੇ ਆਪ ਦੇ ਵਿੱਚ ਇੱਕ ਤਪੱਸਿਆ ਆ। ਉਹ ਮੁੰਡੇ ਨੇ ਕਿੰਨੀ ਮਿਹਨਤ ਕੀਤੀ ਹੋਣੀ ਆ, ਕਿੰਨਾ ਆਪਣੇ ਆਪ ਨੂੰ ਟਾਈਮ ਦਿੱਤਾ ਹੋਣਾ, ਕਿੰਨੀ ਕਸਰਤ ਕੀਤੀ ਹੋਣੀ ਆ, ਹੈ ਨਾ। ਕਿੰਨਾ ਇਸ ਖੇਡ ਲਈ, ਆਪਣੇ ਸਰੀਰ ਲਈ ਕਿੰਨਾ ਡੈਡੀਕੇਟਡ ਹੋਣਾ ਆ, ਤਾਂ ਜਾ ਕੇ ਉਹਦਾ ਉਹ ਸਰੀਰ ਬਣਿਆ। ਸਾਲਾਂ ਦੀ ਮਿਹਨਤ ਜਦੋਂ ਸਾਰਿਆਂ ਦੇ ਸਾਹਮਣੇ ਆਈ ਤਾਂ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ, ਉਹਨੂੰ ਉਸ ਬੁਲੰਦੀ ਤੱਕ ਪਹੁੰਚਾਇਆ ਜਿਹੜੀ ਸ਼ਾਇਦ ਉਹਦੀ ਸੋਚ ਤੋਂ ਵੀ ਪਰਾਂ ਸੀ। ਪਰ ਉਹਦੀ ਮਿਹਨਤ ਅਸੀਂ ਲੋਕਾਂ ਨੇ 1 ਮਿੰਟ ਦੇ ਵਿੱਚ ਮਿੱਟੀ ਕਰ ਦਿੱਤੀ। 4 ਬੰਦੇ ਆਉਂਦੇ ਨੇ, ਤਾਬੜਤੋੜ ਗੋਲੀਆਂ ਚਲਾਉਂਦੇ ਨੇ, ਉਹਨੂੰ ਮੌਕੇ 'ਤੇ ਮਾਰ ਦਿੰਦੇ ਨੇ। ਉਹਨਾਂ ਬੰਦਿਆਂ ਦਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਬੰਦਾ ਭਾਈ ਖੇਡ ਨੂੰ ਸਮਰਪਿਤ ਆ, ਬੰਦਾ ਪਰਿਵਾਰ ਵਾਲਾ ਆ, ਇਹਦੀ ਘਰ ਵਾਲੀ ਆ, ਇਹਦੇ ਬੱਚੇ ਨੇ, ਇਹਦੇ ਮਾਂ ਪਿਓ ਨੇ, ਭੈਣ ਭਰਾ ਨੇ, ਇਹਨੂੰ ਚਾਹੁਣ ਵਾਲੇ ਨੇ। ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਜਿਹੜੇ ਬੰਦੇ ਆਉਂਦੇ ਨੇ, ਮੂੰਹ 'ਤੇ ਉਹਨਾਂ ਨੇ ਕੋਈ ਕੱਪੜਾ ਨਹੀਂ ਬੰਨ੍ਹਿਆ ਹੋਇਆ ਕਿ ਉਹਨਾਂ ਨੂੰ ਇਹ ਡਰ ਹੋਵੇ ਕਿ ਸਾਡੀ ਆਈਡੈਂਟੀਟੀ ਕਿਤੇ ਲੋਕਾਂ ਦੇ ਸਾਹਮਣੇ ਨਾ ਆ ਜਾਏ। ਕੋਈ ਡਰ ਭੈ ਨਹੀਂ ਸੀ ਉਹਨਾਂ ਨੂੰ, ਦੇਖਣ ਨੂੰ ਐਂ ਲੱਗਦਾ ਆ ਸ਼ਾਇਦ ਉਹ ਇਹਨੂੰ ਮਾਰ ਕੇ ਇਹੀ ਜਤਾਉਣਾ ਚਾਹੁੰਦੇ ਸੀਗੇ ਕਿ ਲੋਕਾਂ ਦੇ ਅੰਦਰ ਸਾਡਾ ਡਰ ਪੈਦਾ ਹੋਵੇ, ਸਾਡੇ ਗਰੁੱਪ ਦਾ ਡਰ ਪੈਦਾ ਹੋਵੇ, ਅਤੇ ਅਸੀਂ ਆਪਣੀਆਂ ਮਨਮਾਨੀਆਂ ਕਰ ਸਕੀਏ, ਹੈ ਨਾ। ਯਾਰ ਇਹ ਸੁਪਨਾ ਕਿੱਥੋਂ ਸ਼ੁਰੂ ਹੁੰਦਾ ਆ। ਪਿਛਲੇ ਦਿਨੀ ਨਾ ਸ਼ਾਇਦ ਸੰਗਰੂਰ ਏਰੀਏ ਦਾ ਸੀਗਾ ਜਾਂ ਕਿਤੇ ਹੋਰ ਸੀਗਾ, ਕੋਈ ਇੱਕ ਨਾ ਰੋਡ ਸ਼ੋਅ ਚੱਲ ਰਿਹਾ ਸੀਗਾ। ਉੱਥੇ ਆਮ ਪਾਰਟੀ ਅਤੇ ਅਕਾਲੀ ਦਲ ਪਾਰਟੀ ਦੇ ਜਿਹੜੇ ਵਰਕਰ ਸੀ ਆਮੋ ਸਾਹਮਣੇ ਹੋਏ। ਤਾਂ ਇੱਕ 18 ਸਾਲ ਦਾ ਮੁੰਡਾ, 17-18 ਸਾਲ ਦਾ ਮੁੰਡਾ, ਜਿਹੜਾ
ਆਮ ਪਾਰਟੀ ਦਾ ਕੈਂਡੀਡੇਟ ਸੀ ਉਹਦੇ ਕੋਲ ਆ ਕੇ ਹੱਥ ਮਿਲਾ ਕੇ ਉਹਨੂੰ ਕਹਿੰਦਾ ਬਾਈ ਤੇਰੀ ਫੁੱਲ ਚੜ੍ਹਾਈ ਆ, ਤੂੰ ਜਿੱਤੇਗਾ। ਤਾਂ ਅੱਗੇ ਉਹਦੇ ਨਾਲ ਦੇ ਪੁੱਛਦੇ ਨੇ ਪਰ ਤੂੰ ਤਾਂ ਅਕਾਲੀਆਂ ਦੇ ਨਾਲ ਆ। ਉਹ ਕਹਿੰਦਾ ਹੈਗਾ ਹੀ ਅਕਾਲੀਆਂ ਦੇ ਨਾਲ ਆ, ਤੁਰਿਆ ਫਿਰਦਾ, ਪਰ ਵੋਟਾਂ ਤੁਹਾਨੂੰ ਹੀ ਪਾਉਣੀਆਂ ਨੇ, ਪਰ ਵੋਟਾਂ ਪਾ ਕੇ ਇੱਕ ਕੰਮ ਕਰਾਉਣਾ ਆ। ਉਹ ਕੰਮ ਕਿਹੜਾ? ਕਹਿੰਦਾ ਅਸਲੇ ਦਾ ਲਾਇਸੈਂਸ ਬਣਾਉਣਾ ਆ। ਉਹ 16-17 ਸਾਲ ਦਾ 18 ਸਾਲ ਦਾ ਮੁੰਡਾ ਸੀਗਾ ਅਤੇ ਉਹਦੀ ਵੀਡੀਓ ਅਸੀਂ ਆਮ ਲੋਕਾਂ ਨੇ ਬੜੀ ਵਾਇਰਲ ਕੀਤੀ। ਉਹ ਬਈ ਉਹ ਵੀਡੀਓ ਤਾਂ ਅਸੀਂ ਇਸ ਮਕਸਦ ਨਾਲ ਵਾਇਰਲ ਕੀਤੀ ਕਿ ਲੋਕਾਂ ਦਾ ਜਨੂੰਨ ਦੇਖੋ ਆਮ ਪਾਰਟੀ ਲਈ। ਪਰ ਜਿਹੜਾ ਉਹ 'ਚ ਮੈਸੇਜ ਕੀ ਜਾਂਦਾ ਸੀਗਾ ਕਿ MLA ਕੋਲੋਂ ਅਸੀਂ ਕਿਹੜਾ ਕੰਮ ਲੈਣਾ ਆ, ਉਸ ਮੁੰਡੇ ਨੂੰ ਕੋਈ ਪਤਾ ਨਹੀਂ MLA ਅਸੀਂ ਕਿਉਂ ਬਣਾਉਂਦੇ ਹਾਂ, ਕਿਉਂ ਅਸੀਂ ਅਸੈਂਬਲੀ ਚੁਣਦੇ ਹਾਂ, ਹੈ ਨਾ। ਉਹਦੇ ਲਈ ਤਾਂ ਸਿਰਫ MLA ਇਸੇ ਕੰਮ ਦਾ ਸੀਗਾ, ਉਹਦੇ ਲਈ ਨਹੀਂ, ਬਹੁਤਾਤ ਲੋਕਾਂ ਲਈ। ਜੇ 10 ਚੋਂ ਕਹਾਂ ਤਾਂ 8 ਲੋਕਾਂ ਲਈ MLA ਸਿਰਫ ਅਤੇ ਸਿਰਫ ਥਾਣਿਆਂ 'ਚ ਪਰਚੇ ਕਰਾਉਣ ਲਈ, ਪਰਚਿਆਂ 'ਚੋਂ ਕਢਾਉਣ ਲਈ, ਨਾਕਿਆਂ 'ਤੇ ਰੋਕ ਲਿਆ ਕਿਸੇ ਨੇ, ਉੱਥੇ ਚਲਾਣ ਤੋਂ ਬਚਾਉਣ ਲਈ, ਗੁੰਡਾਗਰਦੀ ਕਰਨ ਲਈ, ਸਭ ਤੋਂ ਵੱਡੀ ਗੱਲ ਅਸਲੇ ਦਾ ਲਾਇਸੈਂਸ ਬਣਾਉਣ ਲਈ। MLA ਤੋਂ ਮੈਨੂੰ ਲੱਗਦਾ ਆਮ ਲੋਕ ਇਹੀ ਕੰਮ ਲੈਂਦੇ ਨੇ। ਮੈਨੂੰ ਲੱਗਦਾ ਇਸ ਤੋਂ ਵੱਧ ਕੋਈ ਕੰਮ ਨਹੀਂ ਲੈਂਦਾ, ਬਸ ਉਹ ਤੋਂ ਫੋਨ ਕਰਾਉਣੇ ਹੁੰਦੇ ਨੇ। ਇਸ ਤੋਂ ਵੱਧ MLA ਦੀ ਕੋਈ ਪਰਿਭਾਸ਼ਾ ਹੀ ਨਹੀਂ ਜਾਣਦਾ, ਮਤਲਬ ਇਹ ਕਿਉਂ ਚੁਣੇ ਜਾਂਦੇ ਨੇ, ਹੈ ਨਾ। ਸੋ ਅਸੀਂ ਉਸ ਮੁੰਡੇ ਦੀ ਨਾ ਵੀਡੀਓ ਬੜੀ ਵਾਇਰਲ ਕੀਤੀ ਅਤੇ ਹਰੇਕ ਨੇ ਐਪਰੀਸ਼ੀਏਟ ਕੀਤਾ ਵੀ ਹਾਂ ਦੇਖੋ ਜੀ ਜਨੂੰਨ ਦੇਖੋ, ਆਮ ਪਾਰਟੀ ਦਾ ਸਿਰ ਚੜ੍ਹ ਕੇ ਬੋਲਦਾ ਪਿਆ। ਪਰ ਨਹੀਂ, ਉਸ ਵੀਡੀਓ ਦਾ ਦੂਜਾ ਪੱਖ ਇਹ ਸੀ ਕਿ ਉਹ 17-18 ਸਾਲ ਦੇ ਮੁੰਡੇ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਪਿਆ ਸੀਗਾ ਕਿ ਮੈਂ ਅਸਲੇ ਦਾ ਲਾਇਸੈਂਸ ਬਣਾਉਣਾ ਆ। ਉਹ ਮੁੰਡਾ 10 ਨਹੀਂ 12 ਪਾਸ ਹੋਊਗਾ, ਉਹਨੂੰ ਉਸ ਉਮਰ ਦੇ ਵਿੱਚ ਅਸਲੇ ਦੀ ਕੀ ਲੋੜ ਪੈ ਗਈ ਸੀਗੀ, ਉਹਨੇ ਕਿਉਂ ਲਾਇਸੈਂਸ ਬਣਾਉਣਾ ਸੀ। ਇਹ ਨਹੀਂ ਅਸੀਂ ਸੋਚਦੇ। ਅੱਜ ਉਹ ਜਿਹੜਾ ਸ਼ੌਂਕ ਪਾਲੀ ਬੈਠਾ ਵੀ ਮੈਂ ਅਸਲੇ ਦਾ ਲਾਇਸੈਂਸ ਬਣਾਉਣਾ ਆ, ਫਿਰ ਉਹਨੇ ਇਹ ਵੀ ਸੋਚਿਆ ਹੋਣਾ ਮੈਂ ਉਹਦਾ ਕਰਨਾ ਕੀ ਆ, ਡੱਬ ਨੂੰ ਲਾ ਕੇ ਰੱਖਾਂਗੇ, ਸਾਡੀ ਚੌੜ ਹੋਊਗੀ, ਸਾਡੀ ਚੜ੍ਹਾਈ ਹੋਊਗੀ। ਕਿਉਂਕਿ ਅਸੀਂ ਵੀ ਉਮਰ ਦੇ ਉਸ ਪੜਾਅ ਦੇ ਵਿੱਚੋਂ ਨਿਕਲੇ ਹਾਂ। ਫਿਰ ਜਦੋਂ ਲਾਇਸੈਂਸ ਨਹੀਂ ਬਣੂਗਾ, ਕਿਤੇ ਨਾ ਕਿਤੇ ਕੋਈ ਓਬਜੈਕਸ਼ਨ ਲੱਗ ਜਾਂਦਾ ਆ, ਅਤੇ ਫਿਰ ਅਸੀਂ UP ਵਾਲਾ ਕਾਨਪੁਰ ਵਾਲਾ ਕੱਟਾ ਖਰੀਦਾਂਗੇ। 2-4 ਹਜ਼ਾਰ ਦੇ 5 ਹਜ਼ਾਰ ਦਾ ਕੱਟਾ ਆ ਜਾਂਦਾ ਆ। ਫਿਰ ਉਹ ਕੱਟਾ ਕਿਹੜੇ ਕੰਮ ਆਉਂਦਾ ਆ? ਫਿਰ ਉਹ ਇਹੀ ਕੰਮ ਆਉਂਦਾ ਆ ਜਦੋਂ ਅਸੀਂ ਆਮ ਲੋਕਾਂ 'ਤੇ ਗੋਲੀਆਂ ਵਰ੍ਹਾਉਂਦੇ ਹਾਂ। ਅਤੇ ਇਸ ਗੋਲੀਬਾਰੀ ਦੇ ਵਿੱਚ ਬਹੁਤ ਵਾਰ ਆਮ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਸਾਡੀ ਚੌੜ ਨੇ ਕਿਸੇ ਦਾ ਘਰ ਉਜਾੜ ਦੇਣਾ, ਅਸੀਂ ਇਹ ਕਦੇ ਨਹੀਂ ਸੋਚਦੇ। ਇਹ ਚੌੜ ਮਨ ਦੇ ਵਿੱਚੋਂ ਆਉਂਦੀ ਕਿਵੇਂ ਆ? ਇਹ ਚੀਜ਼ਾਂ ਉਪਜਦੀਆਂ ਕਿਵੇਂ ਨੇ ਸਾਡੇ ਦਿਮਾਗ ਦੇ ਵਿੱਚ? ਇਹ ਉਪਜਦੀਆਂ ਉਦੋਂ ਨੇ ਜਦੋਂ ਅਸੀਂ ਉਹਨਾਂ ਲੋਕਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਜਿਨ੍ਹਾਂ ਦੀ ਸਮਾਜ ਨੂੰ ਦੇਣ ਤਾਂ ਕੀ ਹੁੰਦੀ ਆ, ਉਲਟਾ ਸਮਾਜ ਦੇ ਕੋਲ ਜੋ ਹੁੰਦਾ ਨਾ ਉਹਦਾ ਵੀ ਮਲੀਆ ਮੇਟ ਕਰ ਦਿੰਦੇ ਨੇ ਉਹ ਲੋਕ। ਬਹੁਤਾਤ ਸਾਡੇ ਸਿੰਗਰ, ਮੈਂ ਨਾਂ ਨਹੀਂ ਲਊਂਗਾ, ਪਰ ਬਹੁਤਾਤ ਸਿੰਗਰ ਉਹ ਨੇ ਜਿਹੜੇ ਇਹਨਾਂ ਫੋਕੀਆਂ ਸ਼ੌਹਰਤਾਂ ਨੂੰ ਵੱਡੇ ਵੱਡੇ ਲਫ਼ਜ਼ਾਂ ਦੇ ਵਿੱਚ ਬਿਆਨ ਕਰਕੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਦਾ ਕੰਮ ਹੀ ਇਹ ਆ, ਮੋਢੇ 'ਤੇ ਦੁਨਾਲੀ ਰੱਖਣੀ ਆ, ਡੱਬ 'ਚ ਪਿਸਤੌਲ ਰੱਖਣਾ ਆ, ਠੀਕ ਆ ਜੀ। ਕਿਹੜੀ ਗੱਲੋਂ? ਲੋਕਾਂ ਦੇ ਘਰ ਉਜਾੜਨ ਲਈ, ਮਾਵਾਂ ਦੇ ਪੁੱਤ ਮਾਰਨ ਲਈ, ਭੈਣਾਂ ਦੇ ਭਰਾ ਮਾਰਨ ਲਈ, ਕਿਸੇ ਘਰ ਵਾਲੀ ਦਾ ਉਹਦਾ ਪਤੀ, ਨਿਆਣਿਆਂ ਦਾ ਪਿਓ। ਉਹ ਜਾਊਗਾ ਕਿਵੇਂ? ਤੁਹਾਡੀ ਚੌੜ ਨਾਲ। ਅਤੇ ਇਹ ਸੋਚ ਵਾਲੇ ਲੋਕ ਹੈ ਕਿੰਨੇ ਕੁ ਨੇ? ਇਹਨਾਂ ਦੀ ਉਮਰ ਦਾ ਕਿਹੜਾ ਪੜਾਅ ਆ? ਉਹ ਹੈਗਾ ਆ 16 ਸਾਲ ਤੋਂ ਲੈ ਕੇ 30-32 ਸਾਲ ਤੱਕ, ਜਿਹੜੀ ਇਹ ਸੋਚ ਰੱਖਦੇ ਨੇ। ਮੈਂ ਹਮੇਸ਼ਾ ਆਪਣੀ ਕਿਸੇ ਨਾ ਕਿਸੇ ਲਿਖਤ ਦੇ ਵਿੱਚ ਜਾਂ ਆਪਣੀ ਕਿਸੇ ਵੀ ਵੀਡੀਓ ਕਲਿੱਪ ਦੇ ਵਿੱਚ ਹਮੇਸ਼ਾ ਕਹਿਣਾ ਹੁੰਦਾ, ਭਾਈ ਇਹਨਾਂ ਗੱਲਾਂ ਦੇ ਵਿੱਚ ਕੁਛ ਨਹੀਂ ਰੱਖਿਆ। ਤੁਸੀਂ ਚੌੜ ਕਰਨੀ ਆ ਨਾ, ਤੁਸੀਂ ਚਾਹੁੰਦੇ ਹੋ ਨਾ ਤੁਹਾਡੀ ਚੜ੍ਹਾਈ ਹੋਵੇ। ਕੋਈ ਵੀ ਮੇਰਾ ਛੋਟਾ ਵੀਰ, ਮੇਰਾ ਹਾਣ ਦਾ ਕੋਈ ਵੀ ਇਹ ਸੁਣਦਾ ਆ ਨਾ, ਬਈ ਲੱਗਣਾ ਤਾਂ ਨਾ ਕਿਸੇ ਸਰਕਾਰੀ ਨੌਕਰੀ 'ਤੇ ਲੱਗ ਜਾਓ। ਜਿਹੜੀ ਉਹਦੀ ਚੌੜ ਹੈ ਨਾ, ਕਿਸੇ ਹੋਰ ਫੀਲਡ ਦੇ ਵਿੱਚ ਐਸੀ ਚੌੜ ਹੈ ਹੀ ਨਹੀਂ। ਤੁਸੀਂ ਦੇਖਿਆ ਕਦੇ ਜਦੋਂ ਤੁਸੀਂ ਕਿਸੇ ਸਰਕਾਰੀ ਮੁਲਾਜ਼ਮ ਨੂੰ ਮਿਲਦੇ ਹੋ, ਚੱਲ ਪੁਲਿਸ ਵਾਲੇ ਨੂੰ ਆਪਾਂ ASI ਤੋਂ ਸ਼ੁਰੂ ਕਰ ਲੈਂਦੇ ਹਾਂ, ASI, ਫਿਰ ਸਬ ਇੰਸਪੈਕਟਰ ਹੋ ਗਿਆ, ਫਿਰ ਇੰਸਪੈਕਟਰ ਹੋ ਗਿਆ। ਇਹ ਤੁਹਾਡੀ ਮਿਹਨਤ ਆ, ਤੁਸੀਂ
ਤੁਸੀਂ ਕਿੱਥੇ ਤੱਕ ਜਾ ਸਕਦੇ ਹੋ। ਪ੍ਰਸ਼ਾਸਨ ਦੇ ਵਿੱਚ ਦੇਖ ਲਓ, ਪੜ੍ਹ ਲਓ, ਲਿਖ ਲਓ, ਪਟਵਾਰੀ ਲੱਗ ਜਾਓ, ਕਾਨੂੰਗੋ ਲੱਗ ਜਾਓ, ਤਹਿਸੀਲਦਾਰ ਲੱਗ ਜਾਓ, SDM ਲੱਗ ਜਾਓ, DC ਲੱਗ ਜਾਓ। ਜਿਹੜੀ ਇੱਧਰ ਚੌੜ ਮਿਲਣੀ ਹੈ ਨਾ, ਜਿਹੜੀ ਇੱਧਰ ਚੜ੍ਹਾਈ ਹੋਣੀ ਆ, ਹੋਰ ਕਿਸੇ ਪਾਸੇ ਨਹੀਂ ਹੋਣੀ। ਪਰ ਇਹ ਗੱਲਾਂ ਸਮਝਾਵੇ ਕੌਣ? ਕਿਉਂਕਿ ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਪੜ੍ਹਾਈ ਕਰਨੀ ਪੈਣੀ ਆ, ਚੰਗੇ ਰਾਹ 'ਤੇ ਤੁਰਨਾ ਪੈਣਾ ਆ, ਸਿਆਣੇ ਬਣਨਾ ਪੈਣਾ ਆ। ਪਰ ਸਿਆਣੀਆਂ ਗੱਲਾਂ ਕੋਈ ਸਿਖਾਉਂਦਾ ਨਹੀਂ ਹੈਗਾ। ਜਿਨ੍ਹਾਂ ਨੂੰ ਅਸੀਂ ਉਸਤਾਦ ਧਾਰੀ ਬੈਠੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣਾ ਰੋਲ ਮਾਡਲ ਬਣਾਈ ਬੈਠੇ ਹਾਂ, ਉਹ ਤਾਂ ਚੌੜਾਂ ਕਰਨੀਆਂ ਸਿਖਾਉਂਦੇ ਨੇ। ਵੀਰੋ ਜਿਹੜੇ ਛੋਟੇ ਹੋ ਨਾ, ਇੱਕ ਗੱਲ ਯਾਦ ਰੱਖਿਓ, ਗੁੰਡਾਗਰਦੀ ਵਾਲੇ ਫੀਲਡ ਦੇ ਵਿੱਚ ਰਹਿਣ ਵਾਲਿਆਂ ਦੀ ਉਮਰ 30 ਸਾਲ ਤੋਂ ਵੱਧ ਨਹੀਂ ਹੈਗੀ। ਪਰ ਜ਼ਿੰਦਗੀ ਦੀ ਸਮਝੀ ਮਿੱਤਰਾ 35 ਸਾਲ ਤੋਂ ਬਾਅਦ ਆਉਣੀ ਸ਼ੁਰੂ ਹੁੰਦੀ ਹੈ। ਜ਼ਿੰਦਗੀ ਕੀ ਆ, ਅਸੀਂ ਕਿਉਂ ਆਏ ਹਾਂ ਦੁਨੀਆ 'ਤੇ, ਉਹਦੇ ਬਾਰੇ ਤਾਂ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ 35 ਸਾਲ ਜਾਂ ਉਸ ਤੋਂ ਉੱਤੇ ਹੋਵੋਗੇ। ਫਿਰ ਪਤਾ ਲੱਗੂਗਾ ਕਿ ਹੁਣ ਤੱਕ ਮੈਂ ਜੋ ਕੁਛ ਵੀ ਕੀਤਾ ਆ, ਉਹ ਸ਼ਾਇਦ ਉਹ ਬੇਮਾਇਨੇ ਸੀ। ਉਹਨਾਂ ਚੀਜ਼ਾਂ ਦਾ ਮੈਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਫਿਰ ਜ਼ਿੰਦਗੀ 'ਚ ਹੋਰ ਕੁਛ ਕਰਨ ਨੂੰ ਬਹੁਤ ਕੁਛ ਸਮਝ ਆਉਂਦੀ ਆ ਵੀ ਹਾਂ ਨਹੀਂ, ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਇੱਦਾਂ ਹੋਣਾ ਚਾਹੀਦਾ ਹੈ। ਪਰ ਕਰੀਏ ਕੀ? ਜਦੋਂ ਅਸੀਂ ਉਹਨਾਂ ਸਿੰਗਰਾਂ ਨੂੰ ਜਾਂ ਉੱਦਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਜਦੋਂ ਅਸੀਂ ਸ਼ੇਅਰ ਕਰਦੇ ਨਾ ਚੌੜੇ ਹੋ ਕੇ, ਕੋਈ ਬੰਦਾ ਜੇਲ੍ਹ ਦੇ ਵਿੱਚ ਬੈਠਾ ਆ, ਉਹਦੀਆਂ ਪੋਸਟਾਂ ਆਉਂਦੀਆਂ ਨੇ, ਧਮਕੀਆਂ ਆਉਂਦੀਆਂ ਨੇ, ਕਿਸੇ ਨੂੰ ਉਹ ਥ੍ਰੈਟ ਕਰਦਾ ਆ, ਅਸੀਂ ਉਹਨੂੰ ਵਾਰ-ਵਾਰ ਸ਼ੇਅਰ ਕਰਦੇ ਹਾਂ। ਸਾਨੂੰ ਪਤਾ ਲੱਗਣਾ ਚਾਹੀਦਾ ਆ, ਵੀਰਾ ਕਰਦੇ ਹਾਂ, ਫਲਾਣਾ ਵੀਰਾ ਉਹਦੀ ਆਹ ਪੋਸਟ ਆਈ ਆ। ਇਹ ਸਮਾਜ ਨੂੰ ਤੁਹਾਡੀ ਕੋਈ ਬਹੁਤ ਵਧੀਆ ਦੇਣ ਨਹੀਂ ਹੈਗੀ। ਤੁਸੀਂ ਸਮਾਜ ਨੂੰ ਅੱਜ ਉੱਥੇ ਲਿਆ ਕੇ ਖੜਾ ਕਰ ਦਿੱਤਾ ਆ ਜਿੱਥੇ ਕੋਈ ਵੀ ਮੂੰਹ ਚੱਕ ਕੇ ਤੁਹਾਨੂੰ ਮਾਰਨ ਲਈ ਆ ਸਕਦਾ ਹੈ, ਤੁਹਾਡਾ ਟੱਬਰ ਤਬਾਹ ਕਰਨ ਲਈ ਆ ਸਕਦਾ ਹੈ। ਜ਼ਰੂਰੀ ਨਹੀਂ ਅੱਜ ਸੰਦੀਪ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਹੋਇਆ, ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈ। ਇਹਨਾਂ ਲੋਕਾਂ ਨੂੰ ਪਨਾਹ ਦੇਵੋਗੇ? ਇਹ ਸੋਚ ਵਾਲਿਆਂ ਦੇ ਕੋਈ ਵੀ ਸਕੇ ਨਹੀਂ ਹੁੰਦੇ। ਜਿਨ੍ਹਾਂ ਦੀ ਇਹ ਸੋਚ ਹੁੰਦੀ ਹੈ ਨਾ ਵੀ ਸਿਰਫ ਤੇ ਸਿਰਫ ਸਾਡਾ ਨਾਮ ਚਾਹੀਦਾ, ਉਹ ਕੱਲ੍ਹ ਨੂੰ ਤੁਹਾਨੂੰ ਕਿਵੇਂ ਸਮਝ ਲੈਣਗੇ? ਕੱਲ੍ਹ ਨੂੰ ਉਸ ਬੰਦੇ ਦੀ ਥਾਂ 'ਤੇ ਅਸੀਂ ਵੀ ਹੋ ਸਕਦੇ ਹਾਂ। ਸੋਚਿਆ ਕਰੋ ਯਾਰ, ਕੋਈ ਰਲ ਮਿਲ ਕੇ ਆਪਾਂ ਇੱਥੇ ਦੁਨੀਆ 'ਤੇ ਕੰਮ ਕਰਨੇ ਨੂੰ ਹੋਰ ਬਹੁਤ ਨੇ। ਪਰ ਇਹ ਸਮਝ ਉਦੋਂ ਹੀ ਆਉਣੀ ਆ ਜਦੋਂ ਤੁਸੀਂ ਦੁਨੀਆਦਾਰੀ ਬਾਰੇ ਸੋਚੋਗੇ, ਚੰਗੇ ਲੋਕਾਂ ਨੂੰ ਮਿਲੋਗੇ, ਚੰਗੇ ਲੋਕਾਂ ਦੀ ਸੰਗਤ ਕਰੋਗੇ। ਹਰੇਕ ਚੀਜ਼ ਨੂੰ ਦੋ ਐਂਗਲਾਂ ਤੋਂ ਦੇਖਿਆ ਕਰੋ। ਇੱਕ ਨਾਲ ਜਿਹੜਾ ਤੁਹਾਨੂੰ ਫਾਇਦਾ ਹੋਣਾ ਆ, ਦੂਜੇ ਨਾਲ ਨੁਕਸਾਨ ਹੋਣਾ ਆ। ਫਿਰ ਉਹ 'ਚੋਂ ਲੱਭਿਆ ਕਰੋ ਯਾਰ ਫਾਇਦਾ ਕਿੰਨਾ ਕੁ, ਨੁਕਸਾਨ ਕਿੰਨਾ ਕੁ। ਫਿਰ ਦੋਨਾਂ ਦੇ ਵਿੱਚ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆ ਉਹਦੇ ਉਸ ਰਾਹ 'ਤੇ ਚੱਲ ਪਿਆ ਕਰੋ। ਪਰ ਗੁੰਡਾਗਰਦੀ ਨਾਲ, ਹਥਿਆਰਾਂ ਦੇ ਸ਼ੌਂਕ ਨਾਲ ਮੈਨੂੰ ਨਹੀਂ ਲੱਗਦਾ ਕੋਈ ਅੱਜ ਤੱਕ ਕਿਸੇ ਨੂੰ ਫਾਇਦਾ ਹੋਇਆ। ਜ਼ਿੰਦਗੀ ਮਿਲੀ ਆ, ਆਜ਼ਾਦੀ ਨਾਲ ਜੀਓ, ਜਿੱਥੇ ਜੀਅ ਕਰਦਾ ਉੱਥੇ ਜਾਓ, ਜਿੱਥੇ ਜੀਅ ਕਰਦਾ ਉੱਥੇ ਖੜ੍ਹ ਕੇ ਕੁਛ ਖਾਓ, ਪਹਿਨੋ। ਉਹ ਕਾਹਦੀ ਜ਼ਿੰਦਗੀ ਹੋਈ ਜਿਹੜੀਆਂ ਜੇਲ੍ਹ ਦੇ ਵਿੱਚ ਹੀ ਤੁਹਾਨੂੰ ਬਤੀਤ ਕਰਨ ਲਈ ਮਜਬੂਰ ਕਰ ਦੇਵੇ? ਉਹ ਕਾਹਦੇ ਸ਼ੌਂਕ ਹੋਏ ਜਿਹੜੇ ਤੁਹਾਨੂੰ ਚਾਰ ਦੀਵਾਰੀ ਦੇ ਅੰਦਰ ਕੈਦ ਕਰ ਦੇਣ? ਉਹ ਕਾਹਦੇ ਸ਼ੌਂਕ ਹੋਏ ਜਿਹੜੇ ਦੁਨੀਆਦਾਰੀ ਤੋਂ ਤੁਹਾਨੂੰ ਅਲੱਗ ਕਰ ਦੇਣ? ਉਹ ਕਾਹਦੇ ਸ਼ੌਂਕ ਹੋਏ ਜਿਹੜੇ ਤੁਹਾਨੂੰ ਲੁੱਕ ਕੇ ਰਹਿਣ ਲਈ ਮਜਬੂਰ ਕਰਨ? ਸਮਾਜ ਤਾਂ ਹੀ ਬਣਦਾ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਹਾਂ, ਇੱਕ ਦੂਜੇ ਨੂੰ ਜਾਣਦੇ ਹਾਂ, ਪਛਾਣਦੇ ਹਾਂ। ਕੁਝ ਚੰਗੀਆਂ ਚੀਜ਼ਾਂ ਸਮਾਜ ਨੂੰ ਦਿੰਦੇ ਹਾਂ, ਸਮਾਜ ਤੋਂ ਕੁਝ ਚੰਗੀਆਂ ਚੀਜ਼ਾਂ ਲੈਂਦੇ ਹਾਂ। ਜੇ ਲੋਕੇ ਜੰਗਲਾਂ 'ਚ ਹੀ ਰਹਿਣਾ ਸੀਗਾ ਤੇ ਫਿਰ ਇਹ ਦੇਸ਼ ਕਿਉਂ ਬਣੇ, ਇਹ ਸ਼ਹਿਰ ਕਿਉਂ ਬਣੇ, ਇੰਨੇ ਸੋਹਣੇ ਕਿਉਂ ਬਣੇ? ਇਹ ਸਾਡੇ ਲਈ ਬਣੇ ਨੇ, ਸਾਡੇ ਰਹਿਣ ਲਈ ਬਣੇ ਨੇ। ਸੋ ਭਾਈ ਆਪਣੀ ਸੋਚ ਬਦਲੋ। ਇਹ ਗੁੰਡਾਗਰਦੀ ਨਾਲ ਕਦੇ ਨਾਮ ਨਹੀਂ ਹੋਇਆ, ਕਦੇ ਸ਼ੋਹਰਤ ਨਹੀਂ ਮਿਲੀ ਹੈਗੀ। ਇਹ ਤੁਹਾਨੂੰ ਫੋਕੀਆਂ ਜਿਹੀਆਂ ਗੱਲਾਂ ਲੱਗਦੀਆਂ ਨੇ। ਜਦੋਂ ਤੁਸੀਂ ਕਦੇ ਆਪਣੇ ਆਪ ਨੂੰ ਵਿਚਾਰੋਗੇ ਨਾ, ਜਦੋਂ ਚੰਗੀਆਂ ਚੀਜ਼ਾਂ ਪੜ੍ਹੋਗੇ, ਚੰਗੀਆਂ ਚੀਜ਼ਾਂ ਸੁਣੋਗੇ, ਚੰਗੇ ਲੋਕਾਂ ਦਾ ਸੰਗ ਕਰਨਾ ਸ਼ੁਰੂ ਕਰੋਗੇ, ਤੁਹਾਨੂੰ ਫਿਰ ਪਤਾ ਲੱਗੂਗਾ ਵੀ ਇਹ ਰਾਹ ਕੋਈ ਇਸ ਰਾਹ ਇਹ ਬੇਮਾਇਨੇ ਰਾਹ ਆ। ਕੋਈ ਇਹ ਸਾਡੇ ਲਈ ਨਹੀਂ ਹੈ, ਕਿਸੇ ਲਈ ਵੀ ਨਹੀਂ ਹੈਗਾ। ਕਿਸੇ ਦਾ ਘਰ ਤਬਾਹ ਕਰਕੇ ਤੁਸੀਂ ਖੁਸ਼ ਰਹਿ ਲਓਗੇ, ਇਹ ਕਦੇ ਸੋਚੋ ਵੀ ਨਾ। ਕਿਸੇ ਦਾ ਘਰ ਤਬਾਹ ਕਰਕੇ 4 ਪੈਸੇ ਇਕੱਠੇ ਕਰ ਲਓਗੇ ਤੇ ਉਹ ਤੁਹਾਡੇ ਕੰਮ ਆਉਣਗੇ, ਕਦੇ ਸੋਚੋ ਨਾ।
ਬਹੁਤ ਗੱਲਾਂ ਨੇ ਕਰਨੇ ਨੂੰ, ਪਰ ਮੈਂ ਇੱਥੇ ਇਹਨੂੰ ਸਮੇਟਣਾ ਚਾਹੂੰਗਾ। ਬਸ ਬੇਨਤੀ ਇਹੀ ਆ, ਚੰਗੀਆਂ ਚੀਜ਼ਾਂ ਪੜ੍ਹੋ, ਚੰਗੀਆਂ ਦਾ ਸੰਗ ਕਰੋ, ਚੰਗੀਆਂ ਨੂੰ ਸ਼ੇਅਰ ਕਰੋ। ਆ ਹੁਣ ਇੱਕ ਗੱਲ ਮੈਂ ਕਹਿ ਦੇਵਾਂ, ਆ ਹੁਣ ਪੋਸਟਾਂ ਪੈ ਰਹੀਆਂ ਨੇ ਨਾ ਅੱਜ ਗਰੁੱਪਾਂ ਵੱਲੋਂ, ਮੀਡੀਆ ਇਹਦੇ ਵਿੱਚ ਐਸਾ ਗੰਦਾ ਰੋਲ ਪਲੇ ਕਰਦਾ ਆ ਨਾ, ਜਣੇ ਖਣੇ ਦੇ ਮੂੰਹ 'ਚ ਮਾਈਕ ਪਾਉਣ ਤੱਕ ਜਾਂਦਾ ਆ ਵੀ ਤੂੰ ਆਪਣੇ ਵਿਚਾਰ ਰੱਖ। ਉਹ ਸੜਿਆ ਜਿਹਾ ਬੰਦਾ ਹੁੰਦਾ, ਨਾ ਉਹਨੂੰ ਪਤਾ ਗੱਲ ਕੀ ਕਰਨੀ ਆ, ਨਾ ਉਹਨੂੰ ਕੋਈ ਲਿਆਕਤ ਆ ਮੰਡ ਦੇ ਮਗਰ ਤੁਰੇ ਫਿਰਦੇ ਨੇ। ਪਰਸੋਂ ਚੌਥੇ ਦੀ ਗੱਲ ਹੋਈ ਆ, ਮਾਈਕ ਲੈ ਕੇ ਉਹਦੇ ਮਗਰ ਤੁਰੇ ਫਿਰਦੇ ਨੇ। ਕੀ ਆ ਸਾਲਾ ਬੇਅਕਲਾ ਬੰਦਾ ਉਹ, ਠੀਕ ਆ। ਕਦੇ ਨੀਟੂ ਛੱਟਣ ਵਾਲੇ ਦੇ ਦੁਆਲੇ ਹੋ ਗਏ, ਕਦੇ ਉਹ ਕਿਹੜੀ ਆ ਰਣਜੀਤ ਕੌਰ ਭਾਬੀ। ਮਤਲਬ ਤੁਹਾਡੀ ਯਾਰ ਤੁਹਾਡਾ ਮਿਆਰ ਕੀ ਆ, ਤੁਹਾਡੀ ਜਰਨਲਿਜ਼ਮ ਦਾ ਤੁਹਾਡਾ ਮਿਆਰ ਕੀ ਆ? ਕੀ ਲੋਕਾਂ ਨੂੰ ਪ੍ਰੂਵ ਕਰਨਾ ਚਾਹੁੰਦੇ ਤੁਸੀਂ? ਆਪਾਂ ਸਾਰੇ ਜਾਣੇ ਸਿਰਫ ਤੇ ਸਿਰਫ ਇੱਕ ਪੈਸੇ ਤੱਕ ਸੀਮਿਤ ਹੋ ਗਏ। ਕੀ ਸਾਡਾ ਦੁਨੀਆ ਤੇ ਆਉਣ ਦਾ ਮਕਸਦ ਹੀ ਇਹੀ ਆ ਵੀ ਪੈਸੇ ਕਮਾਉਣੇ ਆ? ਉਹ ਭਾਈ ਜੇ ਸਮਾਜ ਤੋਂ ਕੁਝ ਲੈਣਾ ਆ ਨਾ, ਜੇ ਜ਼ਿੰਦਗੀ 'ਚ ਸਮਾਜ ਤੋਂ ਕੁਝ ਲੈਣਾ ਹੈ ਤਾਂ ਇਹਨੂੰ ਦੇਣਾ ਵੀ ਆ। ਇਹ ਸਾਡਾ ਫਰਜ਼ ਬਣਦਾ। ਪਰ ਅਸੀਂ ਇੰਨਾ ਕੁ ਵਿਅਸਤ ਹੋਏ ਪਏ, ਇੰਨੇ ਰੁੱਝੇ ਪਏ ਆ ਵੀ ਸਮਾਜ ਤੋਂ ਲੈ ਲਈਏ, ਜਿਨ੍ਹਾਂ ਤੋਂ ਲੈ ਨਹੀਂ ਹੁੰਦਾ ਖੋਹ ਲੈਂਦੇ ਨੇ। ਕਦੇ ਉਸ ਬੰਦੇ ਨੂੰ ਐਪਰੀਸ਼ੀਏਟ ਕੀਤਾ ਜਿਹੜਾ ਟੂ ਵੀਲਰ 'ਤੇ ਤੁਰਿਆ ਜਾਂਦਾ ਆ, ਪਰ ਉਹਦੀ ਇਮਾਨਦਾਰੀ ਦੀ ਕਮਾਈ ਆ। ਐਕਟਿਵਾ 'ਤੇ ਤੁਰਿਆ ਫਿਰਦਾ ਆ, ਮੋਟਰਸਾਈਕਲ 'ਤੇ ਤੁਰਿਆ ਫਿਰਦਾ, ਪਰ ਉਹਦੀ ਇਮਾਨਦਾਰੀ ਦੀ ਕਮਾਈ ਆ। ਉਹਨੇ ਕਿਸੇ ਦਾ ਕੁਛ ਨਹੀਂ ਦੇਣਾ, ਕੁਛ ਨਹੀਂ ਲੈਣਾ, ਕੋਈ ਉਹਦੇ 'ਤੇ ਬੈਂਕ ਲੋਨ ਨਹੀਂ ਹੈਗਾ, ਕੋਈ ਉਹਨੇ ਕਿਸੇ ਦੀਆਂ ਕਿਸ਼ਤਾਂ ਨਹੀਂ ਮਾਰੀਆਂ, ਕਿਸੇ ਨਾਲ ਠੱਗੀ ਨਹੀਂ ਕੀਤੀ। ਤੁਸੀਂ ਉਸ ਨੂੰ ਐਪਰੀਸ਼ੀਏਟ ਕਦੇ ਕੀਤਾ? ਨਹੀਂ। ਤੁਹਾਨੂੰ ਤਾਂ ਜੀਪਾਂ ਵਾਲੇ, ਸਕੋਰਪੀਓ ਵਾਲੇ, ਆਹ ਇੰਡੈਵਰਾਂ ਵਾਲੇ, ਫੋਰਚੂਨਰਾਂ ਵਾਲੇ ਇਹੀ ਚੰਗੇ ਲੱਗਦੇ ਨੇ। ਅਤੇ ਜਦੋਂ ਇਹ ਬਹੁਤਾਤ, ਮੈਂ ਸਾਰੇ ਨਹੀਂ ਕਹਿੰਦਾ, ਸਾਰੇ ਨਾ ਤਾਂ ਟੂ ਵੀਲਰ ਵਾਲੇ ਚੰਗੇ ਨੇ, ਨਾ ਹੀ ਸਾਰੇ ਵੱਡੀਆਂ ਗੱਡੀਆਂ ਵਾਲੇ ਮਾੜੇ ਨੇ। ਮੈਂ ਤਾਂ ਜੋ ਵਰਤਾਰਾ ਸਾਡੇ ਸਮਾਜ ਦਾ ਚੱਲਦਾ ਮੈਂ ਉਹਦੀ ਗੱਲ ਕਰਦਾ। ਬਹੁਤਾਤ ਵਾਰ ਇਹੀ ਹੋ ਜਾਂਦਾ ਆ ਵੀ ਹਾਂ ਜੀ ਆਹ ਫਲਾਣੇ ਮੁੰਡੇ ਤੁਰੇ ਫਿਰਦੇ ਸੀਗੇ, ਜਦੋਂ ਇਹਨੂੰ ਨਾਕੇ 'ਤੇ ਫੜਿਆ ਬਾਅਦ 'ਚੋਂ ਪਤਾ ਲੱਗਿਆ ਜੀ ਇਹ ਫੋਰਚੂਨਰ ਖੋਈ ਹੋਈ ਸੀ ਇਹਨਾਂ ਨੇ ਕਿਸੇ ਤੋਂ, ਇੰਡੈਵਰ ਖੋਈ ਹੋਈ ਸੀ ਕਿਸੇ ਤੋਂ। ਬਹੁਤਾਤ ਲੋਕਾਂ ਨੇ ਬੈਂਕਾਂ ਦੇ ਲੋਨ ਮਾਰੇ ਹੋਏ ਨੇ, ਗੱਡੀਆਂ ਗਬਨ ਕੀਤੀਆਂ ਹੋਈਆਂ ਨੇ। ਕੀ ਫਾਇਦਾ ਐਸੀ ਜ਼ਿੰਦਗੀ ਦਾ? ਤੁਸੀਂ ਕਿਸ਼ਤਾਂ ਮਾਰ ਲੈਂਦੇ ਹੋ ਯਾਰ। ਇਹਦਾ ਭਾਰ ਕਿਹਨਾਂ ਸਿਰ ਚੜ੍ਹਦਾ? ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਸਿਰ 'ਤੇ ਚੜ੍ਹਦਾ ਆ। ਤੁਸੀਂ 35 ਲੱਖ 40 ਲੱਖ ਦੀ ਗੱਡੀ ਲੈ ਕੇ ਕਿਸ਼ਤਾਂ ਮਾਰ ਲਈਆਂ, ਅਤੇ ਆਮ ਬੰਦੇ ਨੂੰ ਮੋਟਰਸਾਈਕਲ ਲੈਣਾ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਬੈਂਕ ਘਾਟੇ 'ਚ ਜਾਣੇ ਸ਼ੁਰੂ ਹੋ ਜਾਂਦੇ ਨੇ। ਪਰ ਸਾਡੇ ਸਮਾਜ ਨੂੰ ਤਾਂ ਚਕਾਚੌਂਧ ਚਾਹੀਦੀ ਆ। ਇਮਾਨਦਾਰ ਬੰਦੇ ਨੂੰ, ਚੰਗੇ ਬੰਦੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਨਾ ਉਹਨਾਂ ਦੀ ਗੱਲਬਾਤ 'ਤੇ ਵਿਊ ਹੁੰਦੇ ਨੇ, ਨਾ ਉਹਨਾਂ ਨੂੰ ਲਾਈਕ ਮਿਲਦੇ ਨੇ, ਨਾ ਸ਼ੇਅਰ ਮਿਲਦੇ ਨੇ। ਤੁਸੀਂ ਮਾੜੀ ਜੀ ਇੱਕ ਗੱਲ ਕਰ, ਮਾੜੀ ਜੀ ਗੱਲ ਕਰ, ਜਦੇ ਸ਼ੇਅਰ। ਚੰਗਾ ਬੰਦਾ ਚੰਗੀਆਂ ਗੱਲਾਂ, ਚੰਗੇ ਕੰਮ ਜਿੰਨੀ ਦੇਰ ਮਰਜ਼ੀ ਕਰਦਾ ਰਹੇ, ਸ਼ਾਇਦ ਉਹ ਜ਼ਿੰਦਗੀ ਭਰ ਪਪੂਲਰ ਨਾ ਹੋਵੇ। ਚੰਗਾ ਬੰਦਾ ਇੱਕ ਮਾੜਾ ਕੰਮ ਕਰ ਦੇਵੇ, ਇੱਕ ਉਤੋਂ ਜਾਣੇ ਅਣਜਾਣੇ 'ਚ ਇੱਕ ਗਲਤੀ ਹੋ ਜਾਵੇ, ਉਹਦੀ ਮਾਂ ਭੈਣ ਇੱਕ ਕਰ ਦਿੰਦੇ ਹੋ ਨਾ। ਉਹਦੇ ਪਿਛਲੇ ਜਿੰਨਾ ਜ਼ਿੰਦਗੀ ਦਾ ਜਿੰਨਾ ਤਜਰਬਾ ਆ, ਜਿੱਦਾਂ ਉਹਨੇ ਜ਼ਿੰਦਗੀ ਸੋਹਣੇ ਤਰੀਕੇ ਨਾਲ ਜੀ ਆ, ਕਿਸੇ ਨੂੰ ਕੋਈ ਮਤਲਬ ਨਹੀਂ। ਤੁਸੀਂ ਉਹਦੇ 'ਤੇ ਐਸਾ ਠੱਪਾ ਲਾ ਦੇਣਾ ਜਿਹੜਾ ਮੌਤ ਤੱਕ ਉਹਦੇ ਮੱਥੇ ਤੋਂ ਲਹਿੰਦਾ ਨਹੀਂ ਹੋਊਗਾ। ਆਹੀ ਸਿੱਖੇ ਆ ਯਾਰ ਆਪਾਂ ਦੁਨੀਆ ਦੇ ਵਿੱਚ ਆ ਕੇ। ਆਹੀ ਕੁਛ ਅਸੀਂ ਆਹੀ ਜਾਣੇ ਆ ਵੀ ਹਾਂ ਆਹੀ ਕੁਛ ਆ ਦੁਨੀਆ 'ਤੇ। ਕਿਸੇ ਦੀ ਮਾੜੀ ਜਿਹੀ ਬੁਰਾਈ ਪਤਾ ਲੱਗਣੀ ਚਾਹੀਦੀ ਆ, ਭੰਡ ਦੋ। ਕੋਈ ਚੰਗਾ ਕੰਮ ਕਰ ਰਿਹਾ ਹੈ ਉਹਦੇ ਵੱਲ ਅਸੀਂ ਦੇਖਣਾ ਹੀ ਨਹੀਂ, ਉਹਨੂੰ ਸੁਣਨਾ ਹੀ ਨਹੀਂ, ਉਹਦੀ ਗੱਲ ਸ਼ੇਅਰ, ਲਾਈਕ, ਵਿਊ ਕੀ ਕਰਨਾ, ਕੁਛ ਵੀ ਨਹੀਂ ਕਰਨਾ। ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਹਾਂ ਕੋਈ ਐਸੀ ਗੱਲ ਕੀਤੀ ਨਾ ਜਾਵੇ ਸੋਸ਼ਲ ਮੀਡੀਆ 'ਤੇ। ਕਿੰਨਾ ਕੁ ਐਪਰੀਸ਼ੀਏਟ ਕਰਦੇ ਹੋ? ਕੁਛ ਇੱਕ ਹੈਗੇ ਨੇ ਮੇਰੇ ਯਾਰ ਦੋਸਤ ਜਿਹੜੇ ਐਪਰੀਸ਼ੀਏਟ ਕਰ ਦਿੰਦੇ ਨੇ। ਚੰਗੀਆਂ ਗੱਲਾਂ ਕੌਣ ਸੁਣਦਾ ਯਾਰ? ਜਿੰਨੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਵਿਊ ਹੋ ਜਾਂਦੇ ਨੇ, ਕਦੇ ਕਿਸੇ ਸ਼ਬਦ ਨੂੰ ਇੰਨੇ ਧਾਰਮਿਕ ਕੋਈ ਵੀ ਆ ਜਾਂ ਚੰਗੀ ਗੱਲ ਆ ਉਹਨੂੰ ਕਦੇ ਇੰਨੇ ਵਿਊ ਦਿੱਤੇ ਨੇ, ਇੰਨੇ ਸ਼ੇਅਰ ਦਿੱਤੇ ਨੇ। ਪਰ ਚੰਗੀਆਂ ਚੀਜ਼ਾਂ ਨੇ, ਚੰਗੀਆਂ ਗੱਲਾਂ ਨੇ ਤੁਹਾਡੇ ਜੀਵਨ ਨੂੰ ਸਵਾਰ ਦੇਣਾ। ਮਾੜੀਆਂ ਗੱਲਾਂ ਅੱਜ ਕੰਨਾਂ ਨੂੰ ਕੰਨ ਰਸ ਬਣ ਕੇ ਚੰਗੀਆਂ ਤਾਂ ਲੱਗਦੀਆਂ, ਪਰ ਤੁਹਾਡਾ ਬੇੜਾ ਗਰਕ ਹੋ ਜਾਣਾ, ਨਾਲੇ ਤੁਹਾਡਾ ਨਾਲੇ ਤੁਹਾਡੇ ਪਰਿਵਾਰ ਦਾ। ਇਹ ਤੈਅ ਤੁਸੀਂ ਕਰਨਾ ਆ ਸਮਾਜ ਕਿਹੋ ਜਿਹਾ ਚਾਹੁੰਦੇ ਹੋ। ਇੱਕ ਗੱਲ ਯਾਦ ਰੱਖਿਓ, ਗੋਲੀ ਦੇ ਉੱਤੇ ਕਦੇ ਵੀ ਗੋਲੀ ਕਿਸੇ ਦੀ ਸਕੀ ਨਹੀਂ ਹੋਈ। ਜਿਹੜੀ ਆਹ ਰਿਵਾਲਵਰ ਦੇ ਵਿੱਚ ਗੋਲੀ ਆ ਨਾ, ਇਹ ਕਿਸੇ ਦੀ ਸਕੀ ਨਹੀਂ ਹੋਈ। ਮਾੜਾ ਜਿਹਾ ਹੱਥ ਹਿੱਲਿਆ ਨਹੀਂ ਇੰਨਾ ਕੁ,
ਜਿਹਦੇ ਮਾਰਨੀ ਹੁੰਦੀ ਉਹਦੇ ਨਾਲ ਖੜੇ ਤੇ ਲੱਗ ਜਾਂਦੀ ਹੈ, ਨਾਲ ਚਾਹੇ ਉਹਦਾ ਪਿਓ, ਤੁਹਾਡਾ ਪਿਓ ਖੜਾ ਹੋਵੇ, ਉਹਦੇ ਲੱਗ ਜਾਣੀਆਂ ਜੱਫੀਆਂ। ਘਰ ਉੱਜੜ ਜਾਂਦੇ ਨੇ। ਯਾਦ ਰੱਖਿਓ, ਇਹ ਤਜਰਬਾ ਆ, ਘੱਟੋ ਘੱਟ ਮੇਰੀ ਜ਼ਿੰਦਗੀ ਦਾ ਤਾਂ ਹੈਗਾ। ਕੁਛ ਨਹੀਂ ਰੱਖਿਆ ਯਾਰ ਇਹਨਾਂ ਗੱਲਾਂ ਦੇ ਵਿੱਚ। ਕਿਸੇ ਨੂੰ ਮਾਰ ਕੇ ਕਦੇ ਵੀ ਬੰਦਾ ਕੋਈ ਪ੍ਰਸਿੱਧ ਨਹੀਂ ਹੋਇਆ ਹੈਗਾ। ਇਹ ਫੋਕੀਆਂ ਪ੍ਰਸਿੱਧੀਆਂ ਨੇ ਜਿਹੜੀਆਂ ਤੁਸੀਂ ਸੋਚਦੇ ਹੋ। ਦੁੱਧ ਦਾ ਉਨਾ ਮੁੱਲ ਨਹੀਂ ਪੈਂਦਾ। 10 ਕਿਲੋ ਦੁੱਧ ਲੈ ਲੈਂਦੇ ਹੋ ਨਾ, ਉਨਾ ਮੁੱਲ ਉਹਦਾ ਨਹੀਂ ਪੈਂਦਾ ਜਦੋਂ 10 ਕਿਲੋ ਜਿਹੜਾ ਦੁੱਧ ਦਾ ਖੋਆ ਮਾਰਦੇ ਹੋ, ਜਿੰਨਾ ਉਹਦਾ ਮੁੱਲ ਪੈਂਦਾ ਹੈ। ਚੰਗੀਆਂ ਚੀਜ਼ਾਂ ਸੁਣੋ ਯਾਰ, ਚੰਗੇ ਲੋਕਾਂ ਨੂੰ ਫੋਲੋ ਕਰੋ, ਚੰਗੇ ਲੋਕਾਂ ਨੂੰ ਐਪਰੀਸ਼ੀਏਟ ਕਰੋ। ਜੇ ਚੰਗਾ ਬੰਦਾ ਬੋਲਦਾ ਆ ਤਾਂ ਤੁਸੀਂ ਕਹਿ ਦਿੰਦੇ ਹੋ ਇਹ ਬੋਲਦਾ ਹੀ ਕਿਉਂ ਆ, ਸ਼ਾਇਦ ਇਹਨੇ ਕਿਸੇ ਪਾਰਟੀ ਨਾਲ ਰਲਣਾ ਹੋਊਗਾ, ਜਾਂ ਸ਼ਾਇਦ ਇਹਨੂੰ ਕੁਛ ਹੁਣ ਇਹਦੇ ਦਿਮਾਗ 'ਚ ਕੋਈ ਚਾਹਣਾ ਆ ਗਈ ਹੋਣੀ ਆ, ਸ਼ਾਇਦ ਇਹਦਾ ਕੋਈ ਲਾਲਚ ਹੋਣਾ। ਜੇ ਉਹ ਚੁੱਪ ਕਰ ਜਾਂਦਾ ਤਾਂ ਤੁਸੀਂ ਲੋਕੀ ਰੌਲਾ ਪਾ ਦਿੰਦੇ ਯਾਰ ਇਹ ਕਾਹਦਾ ਸਿਆਣਾ ਆ, ਕਦੇ ਇਹਨੇ ਕੰਮ ਦੀ ਗੱਲ ਬੋਲੀ ਤਾਂ ਨਹੀਂ ਹੈਗੀ, ਇਹ ਤਾਂ ਚੁੱਪ ਕੀਤਾ ਬੈਠਾ ਰਹਿੰਦਾ ਯਾਰ। ਤੁਸੀਂ ਉਹਨੂੰ ਛੱਡਦੇ ਹੀ ਕਿੰਨਾ ਕੁ ਕਿਤੇ ਯਾਰ। ਚੰਗੇ ਨੂੰ ਨਾ ਬੋਲਣ ਜੋਗਾ ਛੱਡੋ, ਨਾਲ ਤੁਸੀਂ ਚੁੱਪ ਰਹਿਣ ਜੋਗਾ ਛੱਡੋ। ਮੈਂ ਫੇਰ ਇਹੀ ਗੱਲ ਕਹਿਣਾ ਯਾਰ, ਜੋ ਅੱਜ ਲੋਕਾਂ ਨਾਲ ਹੋਇਆ ਕੱਲ੍ਹ ਨੂੰ ਸਾਡੇ ਘਰਾਂ ਨਾਲ ਵੀ ਹੋ ਸਕਦਾ ਆ। ਇਹੋ ਜਿਹੇ ਲੋਕਾਂ ਦਾ ਕੀ ਆ, ਬਾੜੀ 'ਚ ਕਿਸੇ ਨਾਲ ਗੱਲਬਾਤ ਹੋਵੇ, ਆਪਣੀ ਹੋ ਜਾਵੇ, ਆਪਾਂ ਘਰੋਂ ਨਿਕਲਦੇ ਹਾਂ, ਆਪਾਂ ਕਿਤੇ ਬਾਹਰ ਹੁੰਦੇ ਹਾਂ, ਇਹਨਾਂ ਨਾਲ ਕੀ ਆ, ਗੋਲੀਆਂ ਮਾਰਨੀਆਂ ਨੇ ਮਾਰਤੀਆਂ। ਜਿਹੜਾ ਬੰਦਾ ਇੱਕ ਕਤਲ ਕੇਸ ਦੇ ਵਿੱਚ ਜੇਲ੍ਹ 'ਚ ਚਲੇ ਗਿਆ ਨਾ ਜੀ, ਉਹ ਉਸ ਕਤਲ ਦੇ ਨਾਲ 10 ਕਤਲ ਕਰ ਲਵੇ, ਸਜ਼ਾ ਉਨੀ ਹੋਈ ਹੈ। ਇੱਕ ਕਤਲ ਕੇਸ ਦੇ ਵਿੱਚ ਬੰਦਾ ਜੇਲ੍ਹ 'ਚ ਚਲੇ ਗਿਆ, ਉਹ ਕਤਲ ਤੋਂ ਘੱਟ 307 ਵਾਲਾ ਪਰਚਾ ਹੋ ਜਾਵੇ, 326 ਦਾ ਹੋ ਜਾਵੇ, 452 ਦਾ ਹੋ ਜਾਵੇ, ਸਾਰੀਆਂ ਸਜ਼ਾਵਾਂ ਉਹਦੀਆਂ ਨਾਲੋਂ ਨਾਲ ਹੀ ਉਹ ਕਤਲ ਵਾਲੇ ਕੇਸ 'ਚ ਪੂਰੀਆਂ ਹੋ ਜਾਣੀਆਂ ਨੇ। ਕੀ ਕਰ ਲਓਗੇ ਤੁਸੀਂ, ਕਿਸੇ ਦਾ ਕੀ ਵਿਗਾੜ ਲਓਗੇ? ਉਹ ਭਾਈ ਆਪਣੇ ਘਰਾਂ ਦਾ, ਆਪਣੀ ਜ਼ਿੰਦਗੀ ਦਾ ਧਿਆਨ ਰੱਖੋ। ਤੇ ਜਿਹੜੇ ਇੱਥੇ ਰਹਿਣ ਵਾਲੇ ਨੇ ਨਾ, ਉਹਨਾਂ ਨੂੰ ਵੀ ਸਕੂਨ ਨਾਲ ਰਹਿਣ ਦਿਓ। ਤੁਸੀਂ ਤਾਂ ਚੱਲ ਮਿਥਿਆ ਹੋਇਆ, ਆਪਸ 'ਚ ਲੜ ਲੁੜ ਕੇ ਮਰ ਜਾਓ, ਜੋ ਮਰਜ਼ੀ ਕਰੋ, ਪਰ ਲੋਕਾਂ ਨੇ ਤਾਂ ਜ਼ਿੰਦਗੀ ਜਿਉਣੀ ਆ ਨਾ, ਲੋਕਾਂ ਨੇ ਆਪਣੇ ਟੱਬਰ ਪਾਲਣੇ ਨੇ ਨਾ, ਲੋਕਾਂ ਨੇ ਰਿਸ਼ਤੇ ਨਿਭਾਉਣੇ ਨੇ। ਸਾਰੇ ਲੋਕ ਤਾਂ ਇਹ ਚਾਹੁੰਦੇ ਨਹੀਂ ਹੈਗੇ। ਤੇ ਜਿਹੜੇ ਸਿਆਣੇ ਨੇ, ਘੱਟੋ ਘੱਟ ਯਾਰ ਤੁਸੀਂ ਵੀ ਥੋੜ੍ਹਾ ਜਿਹਾ ਬੋਲਣਾ ਸ਼ੁਰੂ ਕਰੋ, ਆਪੋ ਆਪਣੇ ਵਿਚਾਰ ਰੱਖਿਆ ਕਰੋ। ਨਹੀਂ ਤਾਂ ਇੰਨਾ ਸੋਸ਼ਲ ਮੀਡੀਆ 'ਤੇ ਵੀ, ਸਮਾਜ 'ਚ ਵੀ ਯਾਰ ਇਹਨਾਂ ਦੀ ਇਹ ਕਾਮਾਂ ਰੌਲੀ ਆ। ਆਪਾਂ ਬੋਲਦੇ ਨਹੀਂ ਹੈਗੇ, ਜਿਹੜਾ ਕੋਈ ਚੰਗਾ ਬੰਦਾ ਬੋਲਦਾ ਨਹੀਂ, ਉਹਦੀ ਆਵਾਜ਼ ਨਹੀਂ ਜਾਂਦੀ, ਜਾਂ ਇਹਨਾਂ ਦੀਆਂ ਪੋਸਟਾਂ ਇੰਨੀਆਂ ਹੁੰਦੀਆਂ ਨੇ, ਬਾਕੀ ਜੇ ਚੰਗੇ ਕੰਮ ਦੀ ਜਿਹਦੀ ਗੱਲ ਕਰਦਾ ਕੋਈ, ਉਹਦੀ ਪੋਸਟ ਦਬ ਕੇ ਰਹਿ ਜਾਂਦੀ ਹੈ। ਬੋਲਿਆ ਕਰੋ ਯਾਰ, ਬੋਲਣਾ ਚਾਹੀਦਾ ਆ ਸਾਨੂੰ। ਲਾਸਟ ਗੱਲ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਕਿ ਜ਼ਿੰਮੇਵਾਰ ਬਣੋ, ਜ਼ਿੰਮੇਵਾਰੀਆਂ ਚੱਕੋ ਆਪਣੇ ਪਰਿਵਾਰ ਦੀਆਂ, ਆਪਣੇ ਸਮਾਜ ਦੀਆਂ, ਆਪਣੇ ਆਂਢ ਗੁਆਂਢ ਦੀਆਂ। ਜ਼ਿੰਮੇਵਾਰੀ ਚੱਕੋ। ਜਿਨ੍ਹਾਂ ਦੇ ਘਰ ਚੁੱਲ੍ਹਾ ਨਹੀਂ ਬਲਦਾ, ਉਹਦਾ ਚੁੱਲ੍ਹਾ ਬਲਦਾ ਹੋ ਜਾਵੇ। ਜਿਨ੍ਹਾਂ ਦੇ ਘਰ 2 ਡੰਗ ਰੋਟੀ ਨਹੀਂ ਪੱਕਦੀ, ਉਹਨਾਂ ਦੇ ਘਰ ਰੋਟੀ ਪੱਕਦੀ ਹੋ ਜਾਵੇ। ਜਿਨ੍ਹਾਂ ਦਾ ਨਿਆਣਾ ਟੁੱਟ ਕੇ ਘਰੇ ਬੈਠਾ ਆ, ਉਹਨੂੰ ਦੁਬਾਰਾ ਪੈਰਾਂ 'ਤੇ ਖੜੇ ਕਰੋ। ਇਹ ਜ਼ਿੰਮੇਵਾਰੀ ਚੱਕੋ। ਕਿਸੇ ਦਾ ਨਿਆਣਾ ਸਕੂਲ ਜਾਣਾ ਚਾਹੁੰਦਾ ਆ, ਉਹਨੂੰ ਫੀਸ ਜੋਗਾ ਕਰ ਦਿਓ, ਉਹਨੂੰ ਫੀਸ ਦੇ ਦਿਓ, ਸਕੂਲ ਜਾਵੇ। ਜਿਨ੍ਹਾਂ ਨੂੰ ਰੁਜ਼ਗਾਰ ਦੀ ਕਮੀ ਆ, ਕੋਸ਼ਿਸ਼ ਕਰੋ ਉਹਨਾਂ ਨੂੰ ਰੁਜ਼ਗਾਰ ਕੋਈ ਦੇ ਦਿਓ ਜਾਂ ਦਵਾ ਦਿਓ। ਜ਼ਿੰਮੇਵਾਰੀ ਚੱਕੋ। ਪਤਾ ਨਹੀਂ ਕਿੰਨੇ ਨੇ ਲੋਕ ਜਿਹੜੇ ਘਰਾਂ ਦੇ ਵਿੱਚ ਬੰਨੇ ਪਏ ਨੇ, ਸਿਰਫ ਇਸ ਕਰਕੇ ਕਿ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ, ਦਿਮਾਗੀ ਤੌਰ 'ਤੇ ਪਾਗਲ ਹੋ ਚੁੱਕੇ ਨੇ, ਜਾਂ ਕੋਈ ਹੱਥ ਪੈਰ ਉਹਨਾਂ ਦਾ ਗਲ ਚੁੱਕਿਆ ਆ। ਜ਼ਿੰਮੇਵਾਰ ਬਣੋ ਕਿ ਉਹਨਾਂ ਦਾ ਇਲਾਜ ਕਰਾ ਦਿਓ। ਜ਼ਿੰਮੇਵਾਰੀਆਂ ਤੁਹਾਨੂੰ ਤੈਅ ਕਰਨੀਆਂ ਪੈਣੀਆਂ, ਜ਼ਿੰਮੇਵਾਰੀ ਦਾ ਮਿਆਰ ਤੁਹਾਨੂੰ ਤੈਅ ਕਰਨਾ ਪੈਣਾ ਹੈ। ਸਮਾਜ ਨੂੰ ਬਹੁਤ ਲੋੜ ਆ ਜ਼ਿੰਮੇਵਾਰ ਲੋਕਾਂ ਦੀ। ਹਥਿਆਰਾਂ ਵਾਲਿਆਂ ਦੀ ਨਹੀਂ ਲੋੜ ਹੈਗੀ। ਇੱਥੇ ਕੋਈ ਜੰਗ ਨਹੀਂ ਲੱਗੀ ਹੋਈ ਆਪਾਂ ਜਿਹੜੀ ਜੰਗ ਲੜਨ ਜਾਣਾ ਆ, ਜਾਂ ਸਾਨੂੰ ਟ੍ਰੇਨਿੰਗ ਚਾਹੀਦੀ ਹੈ। ਜਿਨ੍ਹਾਂ ਨੇ ਜੰਗਾਂ ਦੇਖੀਆਂ ਨੇ ਨਾ, ਜਿਨ੍ਹਾਂ ਨੇ ਪਿੰਡੇ 'ਤੇ ਆਹ ਚੀਜ਼ਾਂ ਹਟਾਈਆਂ ਨੇ, ਚਾਹੇ ਉਹ 47 ਵਾਲੇ ਹੋਣ ਜਾਂ 84 ਵਾਲੇ ਹੋਣ, ਜਿਹੜੇ ਗੁਜਰਾਤ 92 ਦੇ ਵਿੱਚ ਜੋ ਕਤਲੋਗਾਰਤ ਹੋਈ ਆ, ਉਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਚੀਜ਼ਾਂ ਦਾ ਫਾਇਦਾ ਆ ਕੋਈ ਨੁਕਸਾਨ ਆ। ਪੀੜ੍ਹੀ ਦਰ ਪੀੜ੍ਹੀ ਚੱਲਣਾ ਪੈਂਦਾ ਸਾਰਾ ਕੁਛ। ਜ਼ਿੰਮੇਵਾਰ ਬਣੋ,
ਤੁਹਾਡੀ ਜ਼ਿੰਮੇਵਾਰੀ ਨਾਲ ਜਿਹੜਾ ਕਿਸੇ ਦਾ ਘਰ ਚੱਲਦਾ ਹੋ ਜਾਵੇ, ਕਿਸੇ ਦਾ ਨਿਆਣਾ ਆਪਣੇ ਪੈਰਾਂ ਤੇ ਖੜਾ ਹੋ ਜਾਵੇ, ਕਿਸੇ ਨੂੰ ਰੋਟੀ ਮਿਲਣ ਲੱਗ ਜਾਵੇ, ਕਿਸੇ ਨੂੰ ਕੰਮ ਕਰ ਮਿਲ ਜਾਵੇ, ਇਹੋ ਜਿਹੇ ਜ਼ਿੰਮੇਵਾਰ ਨਾ ਬਣਿਓ ਕਿ ਕਤਲ ਕਰਕੇ ਪੋਸਟ ਪਾਵੋ ਕਿ ਤੁਹਾਡੇ ਮੁੰਡੇ ਨੂੰ ਮੈਂ ਮਾਰਿਆ, ਤੁਹਾਡੇ ਮੁੰਡੇ ਦੇ ਗੋਲੀਆਂ ਅਸੀਂ ਮਾਰੀਆਂ ਨੇ, ਤੁਹਾਡੇ ਮੁੰਡੇ ਦੇ ਕਾਤਲ ਅਸੀਂ ਹਾਂ। ਡਰਾ ਕੇ ਦੁਨੀਆ ਨਹੀਂ ਚੱਲਦੀ, ਅੰਤ ਸਭ ਦਾ ਆਉਂਦਾ। ਇਹੋ ਜਿਹੇ ਸ਼ੌਂਕ ਰੱਖਣ ਵਾਲਿਆਂ ਦਾ ਵੀ ਅੰਤ ਆਉਣਾ। ਤੇ ਕਿਸੇ ਦਾ ਘਰ ਉਜਾੜ ਕੇ, ਕਿਸੇ ਦਾ ਘਰ ਖਰਾਬ ਕਰਕੇ, ਕਿਸੇ ਦੀ ਜਾਨ ਲੈ ਕੇ ਅੱਜ ਤੱਕ ਕੋਈ ਸਕੂਨ ਦੀ ਨੀਂਦ ਨਹੀਂ ਸੁੱਤਾ। ਯਾਦ ਰੱਖਿਓ ਇਹ ਗੱਲ। ਧੰਨਵਾਦ।